ਅਤੇ ਕੋਣਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਾਂਗੇ। ਜਿਵੇਂ कि आप जी ਨੂੰ ਪਹਿਲਾਂ ਹੀ ਜਾਣਕਾਰੀ ਹੈ ਕਿ ਕਿਸੇ ਵੀ ਪ੍ਰਕਾਰ ਦੀ ਆਕ੍ਰਿਤੀ ਚਿੱਤਰ ਜਿਵੇਂ ਕਿ ਮੇਜ਼, ਕੁਰਸੀ, ਡਸਟਰ, ਬਲੈਕਬੋਰਡ ਆਦि ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਰੇਖਾਵਾਂ, ਰੇਖਾਖੰਡ, ਕੋਣ ਆਦि ਹੁੰਦੇ ਹਨ, ਜਿਨ੍ਹਾਂ ਦੀ ਜਾਣਕਾਰੀ ਆਪ ਜੀ ਦੁਆਰਾ ਪਿਛਲੀਆਂ ਕਲਾਸਾਂ ਵਿੱਚ ਪਹਿਲਾਂ ਹੀ ਪ੍ਰਾਪਤ ਕੀਤੀ ਜਾ ਚੁੱਕੀ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਇਹ ਮੇਜ਼ ਦਾ ਕਿਨਾਰਾ ਵੀ ਰੇਖਾਖੰਡ ਨੂੰ ਦਰਸਾਉਂਦਾ ਹੈ। ਇਹ ਸਕੇਲ ਫੁੱਟਾ ਹੈ, ਫੁੱਟੇ ਦਾ ਕਿਨਾਰਾ ਵੀ ਰੇਖਾਖੰਡ ਦੀ ਉਦਾਹਰਨ ਹੈ। ਇਸੇ ਪ੍ਰਕਾਰ ਜਿਵੇਂ ਅਸੀਂ ਘੜੀ ਦੇਖਦੇ ਹਾਂ, ਘੜੀ ਦੀ ਮਿੰਟਾਂ ਵਾਲੀ ਸੂਈ ਅਤੇ ਘੰਟਿਆਂ ਵਾਲੀ ਸੂਈ ਵੱਖ-ਵੱਖ ਸਮੇਂ ਤੇ ਵੱਖ-ਵੱਖ ਪ੍ਰਕਾਰ ਦੇ ਕੋਣ ਬਣਾਉਂਦੀ ਹੈ, ਜਿਵੇਂ ਅਧਿਕ ਕੋਣ, ਨਿਊਨ ਕੋਣ, ਸਰਲ ਕੋਣ, ਜ਼ੀਰੋ ਕੋਣ ਆਦਿ ਬਣਾਉਂਦੀ ਹੈ। ਆਓ ਵਿਦਿਆਰਥੀਓ, ਅਸੀਂ ਹੁਣ ਰੇਖਾ, ਕਿਰਨ ਅਤੇ ਰੇਖਾਖੰਡ ਬਾਰੇ ਕੁਝ ਜਾਣਕਾਰੀ ਹਾਸਲ ਕਰਦੇ ਹਾਂ। ਜੇਕਰ ਦੋ ਅੰਤ ਬਿੰਦੂਆਂ ਨੂੰ ਅਨੰਤ ਰੂਪ ਤੱਕ ਦੋਹਾਂ ਪਾਸੇ ਵਧਾਇਆ ਜਾ ਸਕੇ ਤਾਂ ਸਾਡੇ ਕੋਲ ਇੱਕ ਰੇਖਾ ਆ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਅਸੀਂ ਦੋ ਅੰਤ ਬਿੰਦੂਆਂ ਵਿੱਚੋਂ ਇੱਕ ਅੰਤ ਬਿੰਦੂ ਨੂੰ ਸਥਿਰ ਰੱਖकर ਦੂਸਰੇ ਅੰਤ ਬਿੰਦੂ ਨੂੰ ਅਨੰਤ ਰੂਪ ਤੱਕ ਲੈ ਕੇ ਜਾਈਏ ਤਾਂ ਸਾਡੇ ਕੋਲ ਇੱਕ ਕਿਰਨ ਤਿਆਰ ਹੋ ਜਾਂਦੀ ਹੈ। ਹੁਣ ਅਸੀਂ ਰੇਖਾਖੰਡ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਰੇਖਾਖੰਡ ਰੇਖਾ ਦਾ ਉਹ ਹਿੱਸਾ ਹੁੰਦਾ ਹੈ ਜਿਸ ਦੇ ਦੋ ਅੰਤ ਬਿੰਦੂ ਹੁੰਦੇ ਹਨ। ਮੰਨ ਲਓ ਵਿਦਿਆਰਥੀਓ, ਇਹ ਇੱਕ ਰੇਖਾਖੰਡ ਦੀ ਉਦਾਹਰਨ ਹੈ। ਇਸ ਦੇ ਦੋ ਅੰਤ ਬਿੰਦੂ ਹਨ। ਭਾਵ ਰੇਖਾ ਦਾ ਉਹ ਹਿੱਸਾ ਜਿਸ ਦੇ ਦੋ ਅੰਤ ਬਿੰਦੂ ਹੋਣ ਰੇਖਾਖੰਡ ਅਖਵਾਉਂਦਾ ਹੈ। ਨਾਲ ਦੀ ਨਾਲ ਵਿਦਿਆਰਥੀਓ, ਇਹ ਵੀ ਗੱਲ ਬਹੁਤ ਮਹੱਤਵਪੂਰਨ ਹੈ ਕਿ ਰੇਖਾਖੰਡ ਉਹ ਹਿੱਸਾ ਹੁੰਦਾ ਹੈ ਜਿਸ ਦੀ ਲੰਬਾਈ ਨੂੰ ਅਸੀਂ ਮਿਣ ਸਕਦੇ ਹਾਂ। ਭਾਵ ਜੇਕਰ ਇਹ ਰੇਖਾਖੰਡ ਹੈ ਤਾਂ ਸਕੇਲ ਜਾਂ ਫੁੱਟੇ ਦੀ ਸਹਾਇਤਾ ਦੇ ਨਾਲ ਅਸੀਂ ਇਸ ਦੀ ਲੰਬਾਈ ਨੂੰ ਮਿਣ ਸਕਦੇ ਹਾਂ। ਜੇਕਰ ਵਿਦਿਆਰਥੀਓ ਇਸ ਦੀ ਅਸੀਂ ਲੰਬਾਈ ਮਿਣਦੇ ਹਾਂ ਤਾਂ ਇਹ 28 ਸੈਂਟੀਮੀਟਰ ਆਉਂਦੀ ਹੈ। ਭਾਵ ਰੇਖਾ ਦਾ ਉਹ ਹਿੱਸਾ ਜਿਸ ਦੇ ਦੋ ਅੰਤ ਬਿੰਦੂ ਹੋਣ ਅਤੇ ਜਿਸ ਦੀ ਨਿਸ਼ਚਿਤ ਲੰਬਾਈ ਹੋਵੇ ਰੇਖਾਖੰਡ ਅਖਵਾਉਂਦਾ ਹੈ। ਆਓ ਹੁਣ ਅਸੀਂ ਕੋਣ ਦੇ ਬਾਰੇ ਜਾਣਕਾਰੀ ਲੈਂਦੇ ਹਾਂ। ਜਦੋਂ ਦੋ ਰੇਖਾਵਾਂ ਜਾਂ ਰੇਖਾਖੰਡ ਦਾ ਇੱਕ ਸਿਰਾ ਆਪਸ ਦੇ ਵਿੱਚ ਮਿਲਦਾ ਹੈ ਤਾਂ ਸਾਡੇ ਕੋਲ ਇੱਕ ਕੋਣ ਪ੍ਰਾਪਤ ਹੁੰਦਾ ਹੈ। ਕੋਣ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ। ਜਿਵੇਂ ਜੇਕਰ ਕੋਈ ਕੋਣ 90 ਡਿਗਰੀ ਤੋਂ ਛੋਟਾ ਹੁੰਦਾ ਹੈ ਤਾਂ ਉਸ ਨੂੰ ਅਸੀਂ ਨਿਊਨ ਕੋਣ ਕਹਿੰਦੇ ਹਾਂ। ਕਿਸੇ ਵੀ ਕੋਣ ਦਾ ਮਾਪ 90 ਡਿਗਰੀ ਹੁੰਦਾ ਹੈ ਤਾਂ ਉਸ ਕੋਣ ਨੂੰ ਅਸੀਂ ਸਮਕੋਣ ਕਹਿੰਦੇ ਹਾਂ। ਜੇਕਰ ਕੋਈ ਕੋਣ 90 ਡਿਗਰੀ ਤੋਂ ਵੱਡਾ ਹੁੰਦਾ ਹੈ ਅਤੇ 180 ਡਿਗਰੀ ਤੋਂ ਛੋਟਾ ਹੁੰਦਾ ਹੈ ਤਾਂ ਉਸ ਕੋਣ ਨੂੰ ਅਸੀਂ ਅਧਿਕ ਕੋਣ ਕਹਿੰਦੇ ਹਾਂ। ਵਿਦਿਆਰਥੀਓ, ਅਸੀਂ ਦੋ ਰੇਖਾਖੰਡਾਂ ਦੀ ਮਦਦ ਦੇ ਨਾਲ ਕੋਣਾਂ ਦੀਆਂ ਵੱਖ-ਵੱਖ ਕਿਸਮਾਂ ਨੂੰ ਜਾਣਿਆ। ਬੱਚਿਓ, ਤੁਸੀਂ ਜਾਣਦੇ ਹੋ ਕਿ ਲਾਗਵੇਂ ਕੋਣ ਕੀ ਹੁੰਦੇ ਹਨ? ਇਸ ਚਿੱਤਰ ਨੂੰ ਵੇਖੋ। ਦੋ ਕੋਣ ਲਾਗਵੇਂ ਹੋਣ ਲਈ ਸਾਨੂੰ 3 ਸ਼ਰਤਾਂ ਚਾਹੀਦੀਆਂ ਹਨ। ਪਹਿਲੀ, ਉਹਨਾਂ ਦਾ ਇੱਕ ਸਾਂਝਾ ਸਿਖਰ ਹੋਵੇਗਾ। ਦੂਸਰੀ, ਉਹਨਾਂ ਦੀ ਇੱਕ ਸਾਂਝੀ ਭੁਜਾ ਹੋਵੇਗੀ ਅਤੇ ਤੀਸਰੀ, ਬਾਕੀ ਦੋ ਭੁਜਾਵਾਂ ਸਾਂਝੀ ਭੁਜਾ ਦੀਆਂ ਉਲਟ ਦਿਸ਼ਾਵਾਂ ਵਿੱਚ ਹੋਣਗੀਆਂ। ਹੁਣ ਤੁਸੀਂ ਦੁਬਾਰਾ ਇਸ ਚਿੱਤਰ ਨੂੰ ਦੇਖੋ। ਕੋਣ AOB ਅਤੇ ਕੋਣ BOC ਦਾ ਇੱਕ ਸਾਂਝਾ ਬਿੰਦੂ O ਹੈ ਜੋ ਸਾਡੀ ਪਹਿਲੀ ਸ਼ਰਤ ਨੂੰ ਪੂਰਾ ਕਰਦਾ ਹੈ। ਹੁਣ ਇਹਨਾਂ ਕੋਣਾਂ ਦੀ ਇੱਕ ਸਾਂਝੀ ਭੁਜਾ OB ਹੈ ਜੋ ਸਾਡੀ ਦੂਸਰੀ ਸ਼ਰਤ ਨੂੰ ਪੂਰਾ ਕਰਦਾ ਹੈ ਅਤੇ OB ਤੋਂ ਸਿਵਾਏ ਬਾਕੀ ਦੋ ਭੁਜਾਵਾਂ OA ਅਤੇ OC OB ਦੇ ਉਲਟ ਦਿਸ਼ਾਵਾਂ ਵਿੱਚ ਹਨ। ਇਸ ਤਰ੍ਹਾਂ ਇੱਥੇ ਸਾਡੀ ਤੀਸਰੀ ਸ਼ਰਤ ਵੀ ਪੂਰੀ ਹੁੰਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਕੋਣ AOB ਅਤੇ ਕੋਣ BOC ਦੋਨੋਂ ਲਾਗਵੇਂ ਕੋਣ ਹਨ। ਹੁਣ ਅਗਲੇ ਚਿੱਤਰ ਨੂੰ ਦੇਖੋ। ਇਸ ਵਿੱਚ ਕੋਣ AOC ਅਤੇ ਕੋਣ COB ਇਹਨਾਂ ਦੇ ਇੱਕ ਸਾਂਝਾ ਬਿੰਦੂ O ਹੈ ਅਤੇ ਹੁਣ ਕੀ ਅਸੀਂ ਕੋਣ AOC ਅਤੇ ਕੋਣ BOC ਦੇ ਜੋੜ ਨੂੰ ਕੋਣ AOB ਲਿਖ ਸਕਦੇ ਹਾਂ। ਆਓ ਹੁਣ ਆਪਾਂ ਕੋਣਾਂ ਦੇ ਰੇਖੀ ਜੋੜਿਆਂ ਤੇ ਇੱਕ ਕਿਰਿਆ ਕਰਦੇ ਹਾਂ।
ਬੱਚਿਓ ਇੱਕ ਡੀ ਲਵੋ, ਉਸ ਨੂੰ ਇੱਕ ਕਾਗਜ਼ ਉੱਪਰ ਚਿਪਕਾ ਲਓ। ਹੁਣ ਇੱਕ ਚੱਕਰ ਲਵੋ। ਚੱਕਰ ਨੂੰ ਮੈਂ ਦੋ ਰੰਗ ਕਰ ਲਏ ਹਨ, ਕਿਉਂਕਿ ਇੱਕ ਨੂੰ ਮੈਂ ਕੋਣ A ਦਿਖਾਵਾਂਗੀ ਅਤੇ ਇੱਕ ਨੂੰ ਕੋਣ B ਦਿਖਾਵਾਂਗੀ। ਇਸ ਤੋਂ मैंने एक छोटा सा आयत कटिया है ताकि इथों अपने को डी दे कोण दिखाई दे, जिवें कि आ दिखाई दे रहे हैं, दिखाई दे रहे हैं। हुण तुसी एक पिन लेके इसनूं इसदे विचकार तो लगा देनी है। एक और कागज लेके इसनूं इसके अद्ध विच रख देना है, इस तरह चिपका लेना है। हुण बच्चों आपां देखांगे इत्थे जिथे रखिया है तो तुसीं देख रहे हो कोण A 80 डिग्री है अते कोण B 100 डिग्री है। इत्थे अपने कोल कोण A आ रहा है 80 डिग्री अते कोण B आ रहा है 100 डिग्री। तो इन दोनों का जोड़ हो गया अपने को कोण A जमा कोण B बराबर 80 डिग्री जमा 100 डिग्री 180 डिग्री। हुण इसी तरह जेकर मैं इसनूं घुमा के किते होर जगह ते ले जानी हां, इत्थों तुसीं देख रहे हो कि कोण A 50 डिग्री है अते कोण B 130 डिग्री है। हुण अपने कोल कोण A है 50 डिग्री अते कोण B है 130 डिग्री। तो इन दोनों का जोड़ आ गया अपने को 180 डिग्री। फिर मैं इसमें घुमा के किते होर लेके जानी हां, हुण तुसीं देख रहे हो कि इत्थे कोण A 140 डिग्री है अते कोण B 40 डिग्री है। तो बच्चे इन दोनों का जोड़ कितना आ गया 180 डिग्री। तो इस तो आप देखने हाँ कि कोण A अते कोण B का जोड़ हमेशा 180 डिग्री आ रहा है। ये दोनों कोण एक रेखा ऊपर बने कोण हैं, इस करके आप कह सकते हाँ कि एक रेखा ऊपर बने दो लाजमी कोणां नूं आपां कहांगे रेखी जोड़ा। तो रेखी जोड़े दे कोणां दा माप 180 डिग्री हुंदा है। ਹੁਣ ਅਸੀਂ ਸਿਖਰ ਸਨਮੁਖ ਕੋਣਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਦੋ ਕਾਟਵੀਆਂ ਰੇਖਾਵਾਂ ਦੁਆਰਾ ਆਮਣੇ ਸਾਹਮਣੇ ਬਣਾਏ ਕੋਣਾਂ ਨੂੰ ਅਸੀਂ ਸਿਖਰ ਸਨਮੁਖ ਕੋਣ ਕਹਿੰਦੇ ਹਾਂ। ਜਿਵੇਂ ਕਿ ਆਪ ਜੀ ਦੇ ਸਾਹਮਣੇ ਦੋ ਪੈਨਸਲਾਂ ਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਅਸੀਂ ਦੋ ਕਾਟਵੀਆਂ ਰੇਖਾਵਾਂ ਬਣਾਈਆਂ ਹਨ। ਇਹਨਾਂ ਕਾਟਵੀਆਂ ਰੇਖਾਵਾਂ ਨੂੰ ਅਸੀਂ ਦੇਖਦੇ ਹਾਂ ਕਿ ਇਹਨਾਂ ਕਾਟਵੀਆਂ ਰੇਖਾਵਾਂ ਦੁਆਰਾ ਚਾਰ ਕੋਣ ਬਣਾਏ ਗਏ ਹਨ। ਕੋਣ 1, ਕੋਣ 2, ਕੋਣ 3 ਅਤੇ ਕੋਣ 4। ਕੋਣ 1 ਅਤੇ ਕੋਣ 3 ਨੂੰ ਸਿਖਰ ਸਨਮੁਖ ਕੋਣ ਕਹਿੰਦੇ ਹਾਂ। ਕੋਣ 2 ਅਤੇ ਕੋਣ 4 ਨੂੰ ਵੀ ਸਿਖਰ ਸਨਮੁਖ ਕੋਣ ਕਿਹਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਦੋ ਕਾਟਵੀਆਂ ਰੇਖਾਵਾਂ ਦੁਆਰਾ ਬਣਾਏ ਗਏ ਸਿਖਰ ਸਨਮੁਖ ਕੋਣ ਹਮੇਸ਼ਾ ਆਪਸ ਵਿੱਚ ਬਰਾਬਰ ਹੁੰਦੇ ਹਨ। ਇਸ ਤਰ੍ਹਾਂ ਸਾਡੇ ਕੋਲ ਕੋਣ 1 ਬਰਾਬਰ ਕੋਣ 3 ਪ੍ਰਾਪਤ ਹੁੰਦਾ ਹੈ ਅਤੇ ਕੋਣ 4 ਬਰਾਬਰ ਕੋਣ 2 ਪ੍ਰਾਪਤ ਹੁੰਦਾ ਹੈ। बच्चों वो रेखा जो
ਦੋ ਜਾਂ ਦੋ ਤੋਂ ਵੱਧ ਰੇਖਾਵਾਂ ਨੂੰ ਵੱਖ-ਵੱਖ ਬਿੰਦੂਆਂ ਤੇ ਕੱਟਦੀ ਹੈ, ਇੱਕ ਕਾਟਵੀਂ ਰੇਖਾ ਅਖਵਾਉਂਦੀ ਹੈ। ਦੋ ਰੇਖਾਵਾਂ ਇਹ ਸਮਾਂਤਰ ਰੇਖਾਵਾਂ ਵੀ ਹੋ ਸਕਦੀਆਂ ਹਨ ਅਤੇ ਅਸਮਾਂਤਰ ਰੇਖਾਵਾਂ ਵੀ ਹੋ ਸਕਦੀਆਂ ਹਨ। ਇਸ ਨੂੰ ਕੱਟਣ ਵਾਲੀ ਰੇਖਾ ਕਾਟਵੀਂ ਰੇਖਾ ਅਖਵਾਉਂਦੀ ਹੈ। ਰੇਖਾ L ਰੇਖਾਵਾਂ M ਅਤੇ N ਨੂੰ ਕ੍ਰਮਵਾਰ ਬਿੰਦੂਆਂ P ਅਤੇ Q ਤੇ ਕੱਟਦੀ ਹੈ। ਇਸ ਲਈ ਰੇਖਾ L ਰੇਖਾਵਾਂ M ਅਤੇ N ਦੇ ਲਈ ਇੱਕ ਕਾਟਵੀਂ ਰੇਖਾ ਹੈ। ਦੇਖੋ ਕਿ ਹਰੇਕ ਬਿੰਦੂ P ਅਤੇ ਬਿੰਦੂ Q ਦੇ 4 ਕੋਣ ਬਣ ਰਹੇ ਹਨ। ਆਓ ਇਹਨਾਂ ਕੋਣਾਂ ਨੂੰ ਨਾਮਕਰਨ ਕਰੀਏ। ਕੋਣ 1, ਕੋਣ 2, ਕੋਣ 3, ਕੋਣ 4, ਕੋਣ 5, ਕੋਣ 6, ਕੋਣ 7 ਅਤੇ ਕੋਣ 8। ਇਹਨਾਂ ਕੋਣਾਂ ਵਿੱਚੋਂ ਕੋਣ 1, ਕੋਣ 2, ਕੋਣ 7 ਅਤੇ ਕੋਣ 8 ਬਾਹਰਲੇ ਕੋਣ ਕਹਾਉਂਦੇ ਹਨ ਅਤੇ ਕੋਣ 3, ਕੋਣ 4, ਕੋਣ 5 ਅਤੇ ਕੋਣ 6 ਅੰਦਰਲੇ ਕੋਣ ਕਹਾਉਂਦੇ ਹਨ। ਤੁਸੀਂ ਪਿਛਲੀਆਂ ਜਮਾਤਾਂ ਵਿੱਚ ਕੁਝ ਕੋਣਾਂ ਦੇ ਜੋੜਿਆਂ ਦਾ ਨਾਮਕਰਨ ਕੀਤਾ ਸੀ ਜੋ ਕਿ ਇੱਕ ਕਾਟਵੀਂ ਰੇਖਾ ਦੁਆਰਾ ਦੋ ਰੇਖਾਵਾਂ ਨੂੰ ਕੱਟਣ ਤੇ ਬਣਦੇ ਹਨ। ਇਹ ਜੋੜੇ ਹੇਠ ਲਿਖੇ ਹਨ। ਸੰਗਤ ਕੋਣ, ਕੋਣ 1 ਅਤੇ ਕੋਣ 5 ਇਹ ਦੋਨੋਂ ਸੰਗਤ ਕੋਣ ਹਨ। ਕੋਣ 2 ਅਤੇ ਕੋਣ 6 ਦੋਨੋਂ ਸੰਗਤ ਕੋਣ ਹਨ। ਇਸੇ ਤਰ੍ਹਾਂ ਕੋਣ 4 ਅਤੇ ਕੋਣ 8 ਸੰਗਤ ਕੋਣ ਹਨ। ਕੋਣ 3 ਅਤੇ ਕੋਣ 7 ਸੰਗਤ ਕੋਣ ਹਨ। ਇਕਾਂਤਰ ਅੰਦਰਲੇ ਕੋਣ ਦੋ ਰੇਖਾਵਾਂ ਦੇ ਅੰਦਰਲੇ ਕੋਣ ਇੱਕ ਕੋਣ 4 ਅਤੇ ਕੋਣ 6 ਇਹਨਾਂ ਨੂੰ ਆਪਾਂ ਇਕਾਂਤਰ ਅੰਦਰਲੇ ਕੋਣ ਕਹਾਂਗੇ। ਇਸੇ ਤਰ੍ਹਾਂ ਕੋਣ 3 ਅਤੇ ਕੋਣ 5 ਇਕਾਂਤਰ ਅੰਦਰਲੇ ਕੋਣ ਹਨ। ਇਕਾਂਤਰ ਬਾਹਰਲੇ ਕੋਣ 1 ਅਤੇ ਕੋਣ 7 ਦੋਨੋਂ ਇਕਾਂਤਰ ਬਾਹਰਲੇ ਕੋਣ ਹਨ ਅਤੇ ਕੋਣ 2 ਅਤੇ ਕੋਣ 8 ਇਹ ਵੀ ਇਕਾਂਤਰ ਬਾਹਰਲੇ ਕੋਣ ਹਨ। ਕਾਟਵੀਂ ਰੇਖਾ ਦੀ ਇੱਕ ਹੀ ਦਿਸ਼ਾ ਦੇ ਅੰਦਰਲੇ ਕੋਣ 4 ਅਤੇ ਕੋਣ 5 ਇਸੇ ਤਰ੍ਹਾਂ ਕੋਣ 3 ਅਤੇ ਕੋਣ 6 ਕਾਟਵੀਂ ਰੇਖਾ ਦੀ ਇੱਕ ਹੀ ਦਿਸ਼ਾ ਦੇ ਅੰਦਰਲੇ ਕੋਣ ਹਨ। ਕਾਟਵੀਂ ਰੇਖਾ ਦੇ ਇੱਕ ਹੀ ਦਿਸ਼ਾ ਵਿੱਚ ਅੰਦਰਲੇ ਕੋਣਾਂ ਨੂੰ ਕ੍ਰਮਵਾਰ ਅੰਦਰਲੇ ਕੋਣ ਜਾਂ ਸੰਬੰਧਿਤ ਕੋਣ ਜਾਂ ਸਹੀ ਅੰਦਰਲੇ ਕੋਣ ਵੀ ਕਿਹਾ ਜਾਂਦਾ ਹੈ। ਬੱਚਿਓ ਆਓ ਹੁਣ ਇਹਨਾਂ ਕੋਣਾਂ ਵਿੱਚ ਸੰਬੰਧ ਲੱਭੀਏ ਜਦੋਂ ਰੇਖਾਵਾਂ M ਅਤੇ N ਸਮਾਂਤਰ ਹਨ। ਸਮਾਂਤਰ ਰੇਖਾਵਾਂ ਕਿਹੜੀਆਂ ਹੁੰਦੀਆਂ? ਜੋ ਰੇਖਾਵਾਂ ਆਪਸ ਵਿੱਚ ਕਦੇ ਨਹੀਂ ਮਿਲਦੀਆਂ ਉਹ ਸਮਾਂਤਰ ਰੇਖਾਵਾਂ ਹੁੰਦੀਆਂ ਹਨ। तो ਇੱਥੇ ਹੁਣ ਆਪਾਂ M ਅਤੇ N ਦੋ ਸਮਾਂਤਰ ਰੇਖਾਵਾਂ ਲੈ ਲਈਆਂ ਅਤੇ ਇੱਕ L ਕਾਟਵੀਂ ਰੇਖਾ ਲੈ ਲਈ। ਇਸ ਦੇ ਨਾਲ ਆਪਣੇ ਕੋਲ ਉੱਪਰ ਵੀ 4 ਕੋਣ ਬਣੇ ਸੀ ਅਤੇ ਨੀਚੇ ਵੀ 4 ਕੋਣ ਬਣੇ ਸੀ। ਕੋਣ 1, ਕੋਣ 2, ਕੋਣ 3, ਕੋਣ 4, ਕੋਣ 5, ਕੋਣ 6, ਕੋਣ 7 ਅਤੇ ਕੋਣ 8। ਹੁਣ ਜੇਕਰ ਆਪਾਂ ਨੂੰ ਕੋਣ 1 ਦਾ ਮਾਪ 110 ਡਿਗਰੀ ਦਿੱਤਾ ਹੋਵੇ ਤਾਂ ਤੁਸੀਂ ਬਾਕੀ 7 ਕੋਣਾਂ ਨੂੰ ਕਿਸ ਤਰ੍ਹਾਂ ਕੱਢੋਗੇ? आओ ਆਪਾਂ ਇਹਨਾਂ ਨੂੰ ਕੱਢਣਾ ਸਿੱਖੀਏ। ਆਪਣੇ ਕੋਲ ਕੋਣ 1 ਬਰਾਬਰ ਕੋਣ 3 ਹੋਵੇਗਾ ਕਿਉਂਕਿ ਇਹ शिखर सन्मुख कोण ਹਨ। तो कोण 3 ਦਾ ਮਾਪ ਕਿੰਨਾ ਆ ਗਿਆ? 110 ਡਿਗਰੀ। ਇਸੇ ਤਰ੍ਹਾਂ ਸੰਗਤ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ। ਇੱਥੇ ਸੰਗਤ ਕੋਣਾਂ ਦੇ ਜੋੜੇ ਕੋਣ 1 ਅਤੇ ਕੋਣ 5, ਕੋਣ 2 ਅਤੇ ਕੋਣ 6, ਕੋਣ 4 ਅਤੇ ਕੋਣ 8, ਕੋਣ 3 ਅਤੇ ਕੋਣ 7 ਹਨ। ਇਸ ਤਰ੍ਹਾਂ ਕੋਣ 1 110 ਡਿਗਰੀ ਸੀ ਤਾਂ ਕੋਣ 5 ਵੀ 110 ਡਿਗਰੀ ਹੋਵੇਗਾ। ਹੁਣ ਇੱਥੇ ਕੋਣ 3 110 ਡਿਗਰੀ ਆ ਰਿਹਾ ਹੈ ਅਤੇ ਕੋਣ 5 ਵੀ 110 ਡਿਗਰੀ ਹੈ। ਇਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਅੰਦਰੂਨੀ ਇਕਾਂਤਰ ਕੋਣ ਵੀ ਬਰਾਬਰ ਹੁੰਦੇ ਹਨ। ਹੁਣ ਕੋਣ 5 ਬਰਾਬਰ ਹੈ ਕੋਣ 7। ਇਹ ਕੋਣ ਕਿਹੜੇ ਹਨ? शिखर सन्मुख कोण। शिखर सन्मुख कोण ਆਪਾਂ ਨੂੰ ਪਤਾ ਹੈ ਕਿ ਬਰਾਬਰ ਹੁੰਦੇ ਹਨ। ਇਸ ਕਰਕੇ ਕੋਣ 7 ਦਾ ਮੁੱਲ ਵੀ ਆਪਣੇ ਕੋਲ 110 ਡਿਗਰੀ ਆ ਗਿਆ ਹੈ। ਹੁਣ ਆਪਾਂ ਕੋਣ 1 ਅਤੇ ਕੋਣ 2 ਨੂੰ ਦੇਖਦੇ ਹਾਂ। ਇਹ ਦੋਵੇਂ ਕੋਣ ਇੱਕ ਹੀ ਰੇਖਾ ਉੱਪਰ ਬਣੇ ਕੋਣ ਹਨ। ਤਾਂ ਆਪਾਂ ਨੂੰ ਪਤਾ ਹੈ ਕਿ ਇੱਕ ਹੀ ਰੇਖਾ ਉੱਪਰ ਬਣੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਤਾਂ ਕੋਣ 2 ਦਾ ਮੁੱਲ ਪਤਾ ਕਰਨ ਲਈ 180 ਵਿੱਚੋਂ ਆਪਾਂ ਕੋਣ 1 ਘਟਾ ਦਾਂਗੇ। 180 ਘਟਾਓ 110 70 ਡਿਗਰੀ। ਇਸ ਤਰ੍ਹਾਂ ਕੋਣ 2 ਆ ਗਿਆ ਆਪਣੇ ਕੋਲ 70 ਡਿਗਰੀ। ਕੋਣ 2 ਦੇ ਸਨਮੁਖ ਕੋਣ ਹੈ ਕੋਣ 4
ਤਾਂ ਉਹ ਵੀ ਆ ਗਿਆ ਆਪਣੇ ਕੋਲ 70 ਡਿਗਰੀ। ਕੋਣ 4 ਦਾ ਸੰਗਤ ਕੋਣ ਹੈ ਕੋਣ 8, ਇਸ ਤਰ੍ਹਾਂ ਉਹ ਵੀ ਆ ਗਿਆ ਆਪਣੇ ਕੋਲ 70 ਡਿਗਰੀ। ਅਤੇ ਕੋਣ 8 ਦਾ ਸ਼ਿਖਰ ਸਨਮੁਖ ਕੋਣ ਹੈ ਕੋਣ 6, ਉਹ ਵੀ ਆ ਗਿਆ ਆਪਣੇ ਕੋਲ 70 ਡਿਗਰੀ। ਇਸ ਤਰ੍ਹਾਂ ਜੇ ਦੋ ਸਮਾਂਤਰ ਰੇਖਾਵਾਂ ਅਤੇ ਇੱਕ ਕਾਟਵੀਂ ਰੇਖਾਵਾਂ ਦੇ ਨਾਲ 8 ਕੋਣ ਦਿੱਤੇ ਹੋਣ, ਜੇਕਰ ਆਪਾਂ ਨੂੰ ਇੱਕ ਦਾ ਮੁੱਲ ਪਤਾ ਹੋਵੇ ਤਾਂ ਆਪਾਂ ਬਾਕੀ 7 ਕੋਣ ਵੀ ਪਤਾ ਕਰ ਸਕਦੇ ਹਾਂ। ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋ ਕਿੰਨਾ ਹੁੰਦਾ ਹੈ ਉਹ ਕਿਰਿਆ ਨਾਲ ਕਰਕੇ ਦੇਖਾਂਗੇ। ਬੱਚਿਓ, ਅਸੀਂ ਇੱਕ ਤ੍ਰਿਭੁਜ ਲਈ ਹੈ ABC। ਇਸ ਦੇ 3 ਕੋਣ ਹਨ A, B ਅਤੇ C। ਆਓ ਦੇਖੀਏ ਇਹਨਾਂ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੋਵੇਗਾ। ਬੱਚਿਓ, ਅਸੀਂ ਕੀ ਕੀਤਾ ਹੈ, ਇਸ ਤ੍ਰਿਭੁਜ ਦੇ ਜਿਹੜੇ 2 ਕੋਣ ਹੈ ਉਹਨਾਂ ਨੂੰ ਕੱਟ ਲਿਆ ਹੈ। ਜੇਕਰ ਅਸੀਂ ਹੁਣ ਇਹ ਤਿੰਨੇ ਕੋਣਾਂ ਦੀ ਅਰੇਂਜਮੈਂਟ ਦੇਖੀਏ, ਅਰੇਂਜ ਕਰਕੇ ਦੇਖੀਏ, ਤਾਂ ਤਿੰਨੋਂ ਕੋਣ ਹੈ ਜਿਹੜੇ ਇੱਕ ਰੇਖਾ ਤੇ ਆ ਕੇ ਇਕੱਠੇ ਹੋ ਜਾਂਦੇ ਹਨ। ਤਾਂ ਅਸੀਂ ਜਾਣਦੇ ਹਾਂ ਕਿ ਸਿੱਧੀ ਰੇਖਾ 'ਚ ਜਿਹੜਾ ਕੋਣ ਬਣਦਾ ਹੈ ਸਰਲ ਕੋਣ, ਉਸ ਦਾ ਮੁੱਲ ਕਿੰਨਾ ਹੁੰਦਾ ਹੈ 180 ਡਿਗਰੀ। ਤਾਂ ਇਹਨਾਂ ਤਿੰਨਾਂ ਨੇ ਕੋਣਾਂ ਨੇ ਮਿਲ ਕੇ ਸਰਲ ਰੇਖਾ ਬਣਾ ਦਿੱਤੀ ਹੈ। ਤਾਂ ਇਹਨਾਂ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੋਵੇਗਾ 180 ਡਿਗਰੀ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜਿਹੜਾ ਜੋੜ ਬਣਿਆ ਉਹ ਹਮੇਸ਼ਾ ਕਿੰਨਾ ਹੋਏਗਾ 180 ਡਿਗਰੀ। ਜੇਕਰ ਅਸੀਂ ਤ੍ਰਿਭੁਜ ਨੂੰ ਚੇਂਜ ਵੀ ਕਰ ਲਈਏ, ਕਿਉਂਕਿ ਤ੍ਰਿਭੁਜ ਦਾ ਜਿਹੜਾ ਆਕਾਰ ਹੈ ਉਹ ਹਮੇਸ਼ਾ ਚੇਂਜ ਹੁੰਦਾ ਰਹਿੰਦਾ, ਅਸੀਂ ਕੀ ਕੀਤਾ, ਇਹਦੇ ਵਿੱਚ 3 ਸਕੇਲ ਲਿੱਤੇ ਹਨ ਤੇ 3 ਕੋਣ ਮਾਪਕ ਲਿੱਤੇ ਹਨ। ਜੇਕਰ ਹੁਣ ਅਸੀਂ ਇਸ ਤ੍ਰਿਭੁਜ ਬਾਰੇ ਦੇਖੀਏ ਤਾਂ ਸਰ ਦੇਖੋ, ਪਹਿਲਾ ਜਿਹੜਾ ਕੋਣ ਹੈ ਉਹ ਬਣ ਰਿਹਾ 70 ਡਿਗਰੀ ਦਾ। ਤਾਂ ਪਹਿਲਾ ਕੋਣ ਅਸੀਂ ਇੱਥੇ ਲਿਖ ਲੈਂਦੇ ਹਾਂ 70 ਡਿਗਰੀ। ਸਰ ਦੂਜਾ ਕੋਣ ਹੈ ਉਹ 60 ਡਿਗਰੀ ਦਾ ਬਣ ਰਿਹਾ। ਤਾਂ ਦੂਸਰਾ ਕੋਣ ਅਸੀਂ 60 ਡਿਗਰੀ ਦਾ ਲਿਖਦੇ ਹਾਂ। ਤੀਸਰਾ ਕੋਣ ਤੁਸੀਂ ਦੇਖ ਸਕਦੇ ਹੋ ਕਿ ਤੀਸਰਾ ਕੋਣ 50 ਡਿਗਰੀ ਦਾ ਬਣ ਰਿਹਾ ਹੈ। ਤਾਂ ਅਸੀਂ 50 ਡਿਗਰੀ ਦਾ ਕੋਣ ਲਿਖਦੇ ਹਾਂ। ਅਸੀਂ ਹੁਣ ਇਹ ਤਿੰਨਾਂ ਨੂੰ ਜੋੜਦੇ ਹਾਂ। 70 ਜਮਾ 60 130 ਜਮਾ 50 180। ਇਸ ਦਾ ਮਤਲਬ ਇਹ ਹੈ ਵੀ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਫਿਰ ਸਾਡੇ ਕੋਲ 180 ਡਿਗਰੀ ਆ ਗਿਆ ਹੈ। ਜੇਕਰ ਅਸੀਂ ਤ੍ਰਿਭੁਜ ਨੂੰ ਚੇਂਜ ਕਰਦੇ ਰਹੀਏ, ਇਹਦਾ ਆਕਾਰ ਹੈ ਜਿਹੜਾ ਉਹ ਚੇਂਜ ਕਰਦੇ ਰਹੀਏ, ਕਿਉਂਕਿ ਜਦੋਂ ਆਕਾਰ ਚੇਂਜ ਕਰਾਂਗੇ ਤਾਂ ਕੋਣਾਂ ਦੀ ਜਿਹੜਾ ਮਾਪ ਹੈ ਉਹ ਵੀ ਚੇਂਜ ਹੁੰਦਾ ਰਹੇਗਾ, ਤਾਂ ਵੀ ਸਾਡੇ ਕੋਲ ਜਿਹੜਾ ਕੋਣਾਂ ਦਾ ਜੋੜ ਹੈ, ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੀ ਆਵੇਗਾ। ਤ੍ਰਿਭੁਜ ਅਤੇ ਇਸ ਦੇ ਗੁਣ। ਕਿਸੇ ਤ੍ਰਿਭੁਜ ਦਾ ਬਾਹਰਲਾ ਕੋਣ ਉਸ ਦੇ 2 ਸਨਮੁਖ ਅੰਦਰਲੇ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਆਓ ਬੱਚਿਓ, ਇਸ ਨੂੰ ਅਸੀਂ ਇੱਕ ਕਿਰਿਆ ਰਾਹੀਂ ਸਿੱਧ ਕਰਕੇ ਦੇਖੀਏ। ਇੱਕ ਤ੍ਰਿਭੁਜ ABC ਲੈਂਦੇ ਹਾਂ, ਜਿਸ ਦੀ ਭੁਜਾ BC ਨੂੰ ਵਧਾਉਂਦੇ ਹਾਂ ਅਤੇ B ਤੱਕ ਲੈ ਕੇ ਜਾਂਦੇ ਹਾਂ। ਕੋਣ BAC ਨੂੰ ਕੱਟ ਕਰਦੇ ਹਾਂ ਅਤੇ ਕੋਣ ACB ਉੱਤੇ ਰੱਖਦੇ ਹਾਂ। ਫਿਰ ਕੋਣ ABC ਨੂੰ ਕੱਟ ਕਰਦੇ ਹਾਂ ਅਤੇ ਕੋਣ ACD ਉੱਤੇ ਇਸ ਤਰ੍ਹਾਂ ਰੱਖਦੇ ਹਾਂ ਕਿ ਕੋਣ ACD ਪੂਰੀ ਤਰ੍ਹਾਂ ਢਕਿਆ ਜਾਵੇ। ਇਸ ਤਰ੍ਹਾਂ ਬੱਚਿਓ, ਬਾਹਰੀ ਕੋਣ ACD ਬਰਾਬਰ ਅੰਦਰਲਾ ਕੋਣ BAC ਜਮਾ ਕੋਣ ABC